ਡਾਕਟਰ ਸਾਹਿਬ, ਇੱਕ ਸਾਡੇ ਸਮਾਜ ਦੇ ਵਿੱਚ ਧਾਰਨਾ ਪ੍ਰਚਲਿਤ ਹੋ ਰਹੀ ਹੈ ਕਿ ਔਰਤਾਂ ਆਪਣੀ ਮਰਜ਼ੀ ਦੇ ਨਾਲ ਮਰਦਾਂ ਦੇ ਨਾਲ ਸੰਬੰਧਾਂ ਦੇ ਵਿੱਚ ਆਉਂਦੀਆਂ ਨੇ ਤੇ ਰਿਸ਼ਤੇ ਟੁੱਟ ਜਾਣ ਤੇ ਉਹ ਦੂਸ਼ਣਬਾਜ਼ੀ ਕਰਦੀਆਂ ਨੇ। ਇਹ ਜੋ ਧਾਰਨਾ ਹੈ, ਕੀ ਇਹ ਪੂਰਨ ਤੌਰ ਦੇ ਉੱਤੇ ਸੱਚ ਹੈ ਜਾਂ ਹਰ ਇੱਕ ਕਹਾਣੀ ਦਾ ਆਪੋ ਆਪਣਾ ਸੰਦਰਭ ਹੁੰਦਾ ਹੈ? ਵੱਖੋ ਵੱਖਰੇ ਕੇਸ ਨੇ ਸਾਰੇ। ਅਸਲ 'ਚ ਹਿਊਮਨ ਰਿਲੇਸ਼ਨਸ਼ਿਪ 1+1 2 ਨਹੀਂ ਹੁੰਦਾ। ਹੁਣ ਬਹੁਤੀ ਵਾਰ ਕੀ ਹੁੰਦਾ ਜੇ ਕਿ ਔਰਤ ਕੋਲ ਕੋਈ ਜਦੋਂ ਰਾਹ ਨਹੀਂ ਬਚਦਾ ਕਿ ਮੈਂ ਆਪਣੀ ਪ੍ਰਮੋਸ਼ਨ ਲੈਣੀ ਹੈ ਜਾਂ ਮੈਂ ਆਪਣਾ ਅਗਾਂਹ ਵਧਣਾ ਚਾਹੁੰਦੀ ਹਾਂ ਤੇ ਮੇਰਾ ਬੌਸ ਜੇ ਮੇਰੇ ਵੱਲੋਂ ਇਹ ਚੀਜ਼ ਉਹ ਮੰਗਦਾ ਏ ਤੇ ਮੈਂ ਚਲੋ ਜੀ ਇਸ ਢੰਗ ਤਰੀਕੇ ਨਾਲ ਆਪਣੀ ਪ੍ਰਮੋਸ਼ਨ ਲੈ ਲਵਾਂ, ਤੇ ਉਹ ਆਪ ਬਹੁਤੀ ਵਾਰ ਉਹਦਾ ਆਪਣਾ ਵੀ ਹਾਂ ਪੱਖੀ ਹੁੰਦਾ ਜੇ, ਭਾਵੇਂ ਮਨੋਂ ਨਾ ਵੀ ਹੋਏ, ਪਰ ਚਲੋ ਜਿਹਨੂੰ ਇਹ ਮਿਲ ਰਿਹਾ ਹੈ ਉਸ ਸਦਕਾ ਉਹ ਆਪ ਐਕਸੈਪਟੈਂਸ ਕਰਦੀ ਹੈ। ਤੇ ਫਿਰ ਜਦੋਂ ਉਹਦੇ ਨਾਲ ਧੋਖਾ ਹੋ ਜਾਏ ਜਾਂ ਲੱਗੇ ਵੀ ਇਹ ਗੱਲ ਲੀਕ ਆਊਟ ਹੋ ਗਈ ਜਾਂ ਕੁਛ ਜਿਹੜੀ ਮੇਰੇ ਕਰੈਕਟਰ ਅਸੈਸੀਨੇਸ਼ਨ ਹੋ ਰਿਹਾ ਹੈ ਤਾਂ ਬੜੀ ਥਾਈਂ ਵਿਰੋਧ ਵੀ ਕਰਦੀ ਹੈ। ਪਰ ਗੱਲ ਇਹ ਹੈ ਕਿ ਜੇ ਪਹਿਲਾਂ ਤੁਸੀਂ ਜਿਵੇਂ ਕਿਸੇ ਨੇ ਇਹ ਵੀ ਧੋਖਾ ਦਿੱਤਾ ਕਿ ਤੇਰੇ ਨਾਲ ਵਿਆਹ ਕਰਨਾ ਚਾਹੁੰਨਾ ਤੇ ਤੂੰ ਤਾਂ ਮੇਰੇ ਨਾਲ ਫਿਜ਼ੀਕਲ ਰਿਲੇਸ਼ਨਸ ਬਣਾ, ਤੇ ਉਸ ਤੋਂ ਬਾਅਦ ਧੋਖਾ ਮਿਲ ਗਿਆ ਤੇ ਫਿਰ ਉਹ ਬਲਾਤਕਾਰ ਸਾਬਤ ਹੋ ਗਿਆ। ਯਾਨੀ ਗੱਲ ਇਹ ਹੈ ਕਿ ਪਹਿਲੀ ਸੱਟੇ ਤਿਆਰ ਕੌਣ ਹੋਇਆ ਸੀ। ਜਿਹੜੀ ਕਾਮ ਦੀ ਅੱਗ ਹੁੰਦੀ ਜੇ ਨਾ, ਉਹਦੇ ਬਾਰੇ ਵੱਡੇ ਵਡੇਰੇ ਵੀ ਕਹਿੰਦੇ ਸਨ ਕਿ ਇਹਨੂੰ ਕਈ ਟਰੰਕਾਂ ਵਿੱਚ ਬੰਦ ਕਰਕੇ ਉਹਨੂੰ ਟੋਏ ਦੀਆਂ ਸੰਗਲਾਂ ਨਾਲ ਜਕੜ ਕੇ ਵੀ ਪਾ ਦਿਓ ਤਾਂ ਵੀ ਰੋਕੀ ਨਹੀਂ ਜਾ ਸਕਦੀ। ਯਾਨੀ ਉਹ ਸਮਾਂ ਕੁਛ ਅਜਿਹਾ ਹੁੰਦਾ ਜੇ ਜਦੋਂ ਤੁਸੀਂ ਆਪਣੀ ਸਰੀਰਕ ਭੁੱਖ ਤੇ ਕਾਬੂ ਨਹੀਂ ਪਾ ਸਕਦੇ। ਅਜਿਹਾ ਜੇ ਹੋ ਜਾਂਦਾ ਜੇ ਉਸ ਤੋਂ ਬਾਅਦ ਨੈਗੇਟਿਵਿਟੀ ਵੱਲ ਉਹਨੂੰ ਲਿਜਾਣਾ ਜਾਂ ਪੋਜ਼ਿਟਿਵਿਟੀ ਵੱਲ ਨੂੰ, ਇਹ ਆਪਣੇ ਹੱਥ ਹੈ। ਪਰ ਇਸ ਚੀਜ਼ ਨੂੰ, ਕਾਮ ਦੀ ਅੱਗ ਨੂੰ ਕਾਬੂ ਵਿੱਚ ਪਾਉਣ ਲਈ ਬਹੁਤ ਸੋਹਣੇ ਢੰਗ ਦੱਸੇ ਗਏ ਨੇ। ਪਹਿਲੀ ਚੀਜ਼, ਤੁਸੀਂ ਆਪਣੇ ਆਪ ਨੂੰ ਕਿਸੇ ਅਜਿਹੇ ਰੁਝਾਨ ਵਿੱਚ ਵੱਲ ਨੂੰ ਧਿਆਨ ਕਰ ਲਓ ਜਿਹਦੇ ਨਾਲ ਤੁਹਾਡਾ ਇਸ ਪਾਸਿਓਂ ਧਿਆਨ ਯਾਨੀ ਵੰਡਾਇਆ ਜਾ ਸਕਦਾ ਹੈ, ਜਿਸ ਵਿੱਚ ਤਗੜੀ ਕਸਰਤ, ਸਪੋਰਟਸ ਵੱਲ ਤੁਹਾਡਾ ਧਿਆਨ ਹੋਣਾ। ਕੁਝ ਅਜਿਹੀ ਉਸਾਰੂ ਚੀਜ਼ ਕਿ ਮੈਂ ਅੱਜ ਇਹ ਪ੍ਰੋਜੈਕਟ ਤਿਆਰ ਕਰਨਾ ਹੀ ਕਰਨਾ, ਯਾਨੀ ਕੁਝ ਹੋਰ ਪਾਸੇ ਜੇ ਦਿਮਾਗ ਨੂੰ ਲਾਇਆ ਜਾਵੇ ਤਾਂ ਇਸ ਸੋਚ ਤੋਂ ਪਰਾਂ ਨਿਕਲਿਆ ਜਾ ਸਕਦਾ ਹੈ। ਪਰ ਯਕੀਨਨ ਜੇ ਪੌੜੀ ਬਣਾ ਕੇ ਅਸੀਂ ਕੋਈ ਚੀਜ਼ ਹਾਸਲ ਕਰਦੇ ਹਾਂ, ਉਹ ਸਦੀਵੀ ਕਦੇ ਵੀ ਨਹੀਂ ਹੁੰਦੀ। ਤਾਂ ਇਹ ਔਰਤ ਨੂੰ ਭੁਲੇਖਾ ਹੈ ਕਿ ਮੈਂ ਜਿਸਮ ਦੇ ਆਧਾਰ ਉੱਤੇ ਜੇ ਮੈਂ ਉਚਾਈਆਂ ਛੂ ਸਕਦੀ ਹਾਂ ਤਾਂ ਉਹ ਸਦੀਵੀ ਕਦੇ ਨਹੀਂ ਹੁੰਦੀਆਂ, ਕਿਉਂਕਿ ਜੋ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੁੰਦਾ ਜੇ ਉਹ ਪੱਕੀ ਇੱਟ ਹੈ, ਉਹ ਦੇ ਤੇ ਚੜ ਕੇ ਤੁਹਾਨੂੰ ਮਜ਼ਾ ਵੀ ਆਉਂਦਾ ਜੇ, ਮਨ ਕਚੋਟਦਾ ਵੀ ਨਹੀਂ, ਤੇ ਉਹੀ ਰਸਤਾ ਹੁੰਦਾ ਜੇ। ਤੇ ਨਾਲੇ ਜ਼ਿੰਦਗੀ ਵਿੱਚ ਇਹ ਕਿਉਂ ਸੋਚਦੇ ਆ ਕਿ ਇੱਕ ਸਿਰਫ ਕੁਰਸੀ ਤੇ ਪਹੁੰਚਣਾ, ਇੱਕ ਅਹੁਦਾ ਲੈਣਾ ਹੀ ਅਖੀਰ ਸਾਡੀ ਜ਼ਿੰਦਗੀ ਹੁੰਦੀ ਜੇ। ਬਹੁਤ ਸਾਰੇ ਨੇ ਲੋਕ ਜਿਨ੍ਹਾਂ ਨੂੰ ਅਹੁਦਿਆਂ ਦੀ ਲੋੜ ਨਹੀਂ ਹੁੰਦੀ ਤੇ ਉਹ ਫਿਰ ਵੀ ਆਪਣੀ ਛਾਪ ਛੱਡ ਜਾਂਦੇ ਨੇ। ਭਾਵੇਂ ਆ ਇੱਕ ਪਠਾਨਕੋਟ ਦੇ ਰਾਜੂ ਨੂੰ ਹੀ ਲਵੋ, ਆਖਰ ਭਿਖਾਰੀ ਹੁੰਦਿਆਂ ਹੋਇਆਂ ਜਿਸ ਨੇ ਹੋਰਨਾਂ ਲੋੜਵੰਦਾਂ ਨੂੰ ਮਾਸਕ ਵੀ ਵੰਡੇ, ਰਾਸ਼ਨ ਵੀ ਵੰਡ ਦਿੱਤਾ, ਇੱਥੋਂ ਤੱਕ ਕਿ ਜਿਸ ਕਾਰਨ ਉਹ ਅਪਾਹਜ ਹੋਇਆ ਭਿਖਾਰੀ, ਉਹ ਪੁਲ ਦੀ ਮੁਰੰਮਤ ਵੀ ਆਪ ਕਰਵਾਈ। ਤਾਂ ਮੈਨੂੰ ਦੱਸੋ ਕਿਹੜੇ ਅਹੁਦਿਆਂ ਦੀ ਲੋੜ ਹੈ ਉਹਨੂੰ? ਅੱਜ ਜੇ ਵਿਕਸਿਤ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਯਾਨੀ ਅਮਰੀਕਾ ਵਰਗੇ ਮੁਲਕ ਦੀ ਉਹਨਾਂ ਦੀ ਯਾਨੀ ਉੱਥੇ ਇਵਾਂਕਾ ਵਰਗੀ ਵੀ ਜੇ ਉਹਦਾ ਜ਼ਿਕਰ ਕਰਦੀ ਹੈ ਤੇ ਮੈਂ ਆਪਾਂ ਸਮਝ ਸਕਦੇ ਹਾਂ ਕਿ ਇਹ ਅਹੁਦੇ ਕਦੇ ਵੀ ਨਹੀਂ ਚਾਹੀਦੇ। ਸੋ ਔਰਤ ਨੂੰ ਇਹ ਸੋਚ ਤਬਦੀਲ ਕਰਨੀ ਪਏਗੀ ਕਿ ਮੈਨੂੰ ਜ਼ਰੂਰੀ ਬਿਸਤਰੇ ਤੇ ਲੇਟ ਕੇ ਅਹੁਦਾ ਲੈਣਾ, ਇਹੋ ਜਿਹੀ ਗੱਲ ਨਹੀਂ ਹੁੰਦੀ। ਉਹ ਆਪਣੇ ਆਧਾਰ ਉੱਤੇ ਵੀ ਬਹੁਤ ਕੁਝ ਅਚੀਵ ਕਰ ਸਕਦੀ ਹੈ। ਡਾਕਟਰ ਸਾਹਿਬ, ਕੀ ਤੁਸੀਂ ਮੰਨਦੇ ਹੋ ਕਿ ਸਾਡੇ ਸਮਾਜ ਦੇ ਵਿੱਚ ਸੈਕਸ ਐਜੂਕੇਸ਼ਨ ਦੀ ਇੰਨੀ ਕੁ ਘਾਟ ਹੈ ਕਿ ਸਾਡੇ ਬੱਚੇ ਇਸ ਘਾਟ ਕਾਰਨ, ਜਾਗਰੂਕਤਾ ਦੀ ਕਮੀ ਦੇ ਕਾਰਨ ਐਕਸਪਲੋਇਟੇਸ਼ਨ ਦਾ ਸ਼ਿਕਾਰ ਹੋ ਰਹੇ ਨੇ? ਬਿਲਕੁਲ, ਮੈਂ 100% ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡੇ ਇਹ ਕੰਪਲਸਰੀ ਹੋਣੀ ਚਾਹੀਦੀ ਹੈ। ਇਹ ਗਲਤ ਖਿਆਲ ਸਾਡੇ, ਇੱਕ ਤਾਂ ਖਿਮਾ ਕਰਿਓ, ਜਿਸ ਨੂੰ ਮੰਤਰੀ ਦੀ ਪਦ ਦਿੱਤਾ ਜਾਂਦਾ ਹੈ, ਅਸੀਂ ਵੇਖਦੇ ਹੀ ਨਹੀਂ ਕਿ ਉਹਦੀ ਕੀ ਐਜੂਕੇਸ਼ਨ ਹੈ, ਕੀ ਉਹਦੀ ਵਿਜ਼ਨ ਹੈ। ਕੋਈ 5ਵੀਂ ਪਾਸ ਹੈ ਤਾਂ ਵੀ ਠੀਕ ਹੈ, ਜੇ ਕੋਈ 10ਵੀਂ ਪਾਸ ਹੈ ਤਾਂ ਵੀ ਠੀਕ ਹੈ। ਉੱਥੋਂ ਕੀ ਐਕਸਪੈਕਟ ਕਰਦੇ ਆ, ਕੀ ਚੇਂਜਿਸ ਆਣੀਆਂ ਜੇ? ਇਹ ਤੁਹਾਡੀ ਨਾ ਸਗੋਂ ਪਤਾ ਨਹੀਂ ਕਿਉਂ ਇਹਨੂੰ ਵੀ ਇੱਕ ਪੇਸ਼ਾ ਸਾਡੀ ਅੱਜ ਨਵੀਂ ਪੀੜ੍ਹੀ ਨਹੀਂ ਸਮਝ ਰਹੀ ਕਿ ਪੋਲਿਟਿਕਸ ਵਿੱਚ ਆਣਾ ਜ਼ਰੂਰੀ ਜੇ, ਸੁਧਾਰ ਲਿਆਉਣਾ ਜਿਹਦੇ ਵਿੱਚ
ਇਹ ਨਿੱਕੀਆਂ ਮੋਟੀਆਂ ਤਬਦੀਲੀਆਂ ਜਿਸ ਤੇ ਇੱਕ ਪੱਕੀ ਤੌਰ ਤੇ ਨਾ ਲਾ ਦਿੱਤੀ ਗਈ। ਕੁਝ ਅਜਿਹੇ ਮੰਤਰੀਆਂ ਨਾਲ ਮੇਰੀ ਵੀ ਮੁਲਾਕਾਤ ਹੋਈ ਜਿਹਨੂੰ ਸਮਝਾਉਣਾ ਪਿਆ, ਮੰਤਰੀ ਸਾਹਿਬ ਅਸੀਂ ਕੋਈ ਸੈਕਸ ਐਜੂਕੇਸ਼ਨ ਵਿੱਚ ਕੋਈ ਐਕਟ ਨਹੀਂ ਸਮਝਾ ਰਹੇ, ਅਸੀਂ ਦੱਸ ਰਹੇ ਹਾਂ ਕਿ ਆਹ ਅੰਗ ਨੇ ਜਿਨ੍ਹਾਂ ਦੀ ਮਾੜੀ ਛੋ ਜਾਂ ਚੰਗੀ ਛੋ ਤੁਹਾਨੂੰ ਖਰਾਬ ਕਰਦੀ ਏ, ਤੇ ਭਾਈ ਇਹ ਕਿਸ ਤਰੀਕੇ ਇਹਨਾਂ ਦੀ ਸਫਾਈ ਰੱਖਣੀ ਹੈ, ਤੇ ਇਹਨਾਂ ਦਾ ਮਕਸਦ ਕੀ ਹੈ ਕਿ ਇੱਕ ਆ ਜੇ ਬੱਚਾ ਪੈਦਾ ਹੋਣਾ ਤਾਂ ਕਿਸ ਢੰਗ ਚ ਪਈਏ। ਉਹ ਸਮਾਂ ਨਹੀਂ ਹੈ ਜਦੋਂ ਅਸੀਂ ਉਹਨਾਂ ਨੂੰ ਕਹੀਏ ਗੋਭੀ ਚੋਂ ਪੈਦਾ ਹੋ ਕੇ ਬੱਚਾ ਆਇਆ। ਉਹਨੂੰ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਪ੍ਰੋਟੈਕਸ਼ਨ ਕਰ ਸਕੇ। ਅਸੀਂ ਅਨਵੈਡ ਮਦਰਸ ਨਹੀਂ ਚਾਹੁੰਦੇ ਚੁਫੇਰੇ ਰੇਪਸ ਹੋਣ। ਜੇ ਉਹਨਾਂ ਨੂੰ ਸਮਝ ਹੋਏਗੀ ਇਸ ਗੱਲ ਦੀ ਤਾਂ ਉਹ ਆਪਣੇ ਆਪ ਨੂੰ ਕਾਬੂ ਚ ਵੀ ਰੱਖ ਸਕਣਗੇ, ਤਬਦੀਲੀ ਵੀ ਲਿਆ ਸਕਣਗੇ। ਉਹਨਾਂ ਦੀ ਸੋਚ ਵਿੱਚ ਜ਼ਰੂਰੀ ਇਹ ਨਹੀਂ ਵੜਨਾ ਚਾਹੀਦਾ ਇੱਕ ਰੇਪ ਹੀ ਸਿਰਫ ਢੰਗ ਹੈ ਕਿ ਅਸੀਂ ਆਪਣਾ ਯਾਨੀ ਜਿਹੜੀ ਸਾਡੇ ਅੰਦਰ ਕੋਈ ਉੱਠਦੀਆਂ ਨੇ ਉਮੰਗਾਂ ਉਹਨਾਂ ਨੂੰ ਸਿਰਫ ਇਸੇ ਤਰੀਕੇ ਟਾਣਾ। ਮੈਡਮ ਕੀ ਤੁਸੀਂ ਸਮਝਦੇ ਹੋ ਕਿ ਅਜੋਕੇ ਸਮੇਂ ਦੀ ਜੋ ਲੋੜ ਹੈ ਉਹ ਸਿਰਫ ਅਸੀਂ ਇੱਥੇ ਤੱਕ ਹੀ ਨਾ ਸੀਮਤ ਰਹੀਏ ਕਿ ਅਸੀਂ ਗੁੱਡ ਟੱਚ ਤੇ ਬੈਡ ਟੱਚ ਹੀ ਸਮਝਾਉਂਦੇ ਰਹੀਏ? ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਹੈ ਉਹਨੂੰ ਉਸ ਹਿਸਾਬ ਦੀ ਜਾਗਰੂਕਤਾ ਵੀ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਮਨੁੱਖੀ ਮਾਨਸਿਕਤਾ ਜਿਹਨੂੰ ਅਸੀਂ ਸਾਈਕੋਲੋਜੀ ਕਹਿ ਦਿੰਦੇ ਹਾਂ ਉਹਦੀ ਵੀ ਸਟੱਡੀ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਥਾਟਸ ਨੂੰ ਆਪ ਕੰਟਰੋਲ ਕਰ ਸਕੇ ਤੇ ਆਪਣੇ ਪਾਰਟਨਰ ਨੂੰ ਵੀ ਅੱਛੇ ਤਰੀਕੇ ਨਾਲ ਸਮਝ ਸਕੇ ਤਾਂ ਕਿ ਬਿਹਤਰ ਜ਼ਿੰਦਗੀ ਗੁਜ਼ਾਰ। ਜੀ ਮੈਂ ਅਸਲ ਚ ਇੱਕੋ ਤੁਹਾਡੇ ਜਵਾਬ ਵਿੱਚ ਸਾਰਾ ਕਵਰ ਅਪ ਕਰ ਗਈ ਸਾਂ। ਬੈਡ ਟੱਚ ਤਾਂ ਸਿਰਫ ਇੱਕ ਅਸੀਂ ਪ੍ਰਾਇਮਰੀ ਲੈਵਲ ਦੀ ਗੱਲ ਹੈ ਕਿ ਪ੍ਰੀ ਨਰਸਰੀ ਤੱਕ। ਆਫ ਕੋਰਸ ਸੈਕਸ ਐਜੂਕੇਸ਼ਨ ਕਿਤੇ ਇੱਥੇ ਨਹੀਂ ਖੜੀ, ਉਹ ਅਗਾਂਹ ਜਾ ਕੇ ਜਦੋਂ ਅਸੀਂ 9ਵੀਂ 10ਵੀਂ ਵਿੱਚ ਤਾਂ ਅਸੀਂ ਬਲਕਿ 8ਵੀਂ ਵਿੱਚ ਜੇ ਅਸੀਂ ਬਾਇਓਲੋਜੀ ਪੜ੍ਹਾ ਰਹੇ ਹਾਂ ਤਾਂ ਉਹਨਾਂ ਨੂੰ ਉਦੋਂ ਹੀ ਸਮਝ ਹੁੰਦੀ ਜੇ ਸਾਰਾ ਕੁਝ, ਬਲਕਿ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਇੰਟਰਨੈਟ ਇੰਨਾ ਕੁਝ ਸਿਖਾ ਦਿੰਦਾ ਕਿ ਸਾਨੂੰ ਹੋਰ ਦੱਸਣ ਦੀ ਲੋੜ ਨਹੀਂ। ਸਿਰਫ ਢੰਗ ਤਰੀਕਾ ਹੁੰਦਾ ਤੁਸੀਂ ਆਪਣੀ ਉਸੇ ਸੋਚ ਨੂੰ ਕਾਬੂ ਕਿਵੇਂ ਕਰਨਾ, ਗੱਲ ਉੱਥੇ ਤੱਕ ਸੀਮਤ ਰਹਿ ਜਾਂਦੀ ਹੈ। ਇਹ ਭੁੱਲ ਜਾਓ। ਮੈਂ ਹਾਂ ਹੀ ਚਾਈਲਡ ਸਪੈਸ਼ਲਿਸਟ, ਮੇਰੇ ਕੋਲ ਆ ਕੇ ਇੱਕ 6ਵੀਂ ਜਮਾਤ ਦਾ ਬੱਚਾ ਜੇ ਇਹ ਇਸ ਬਾਰੇ ਪੁੱਛ ਲੈਂਦਾ ਕਿ ਇਹ ਮਾਂ ਨੇ, ਭਾਈ ਤੁਸੀਂ ਹੈਰਾਨ ਹੋ ਜਾਓਗੇ। ਮੈਂ ਇਸ ਕਰਕੇ ਗੱਲ ਕਰ ਰਹੀ ਹਾਂ ਇਸ ਥਾਂ ਤੇ ਤੁਹਾਡੇ ਜ਼ੂਮ ਮੀਟਿੰਗ ਵਿੱਚ ਵੀ, ਜੋ ਕਿ ਅਸਲੀਅਤ ਵਾਪਰੀ ਹੈ ਕਿ ਬੱਚਿਆਂ ਦਾ 6ਵੀਂ ਜਮਾਤ ਵਿੱਚ ਜੋ ਬੱਚਾ ਪੜ੍ਹ ਰਿਹਾ ਉਹ ਆ ਕੇ ਇੱਥੋਂ ਤੱਕ ਦਾ ਸਵਾਲ ਸਾਨੂੰ ਪੁੱਛ ਲੈਂਦਾ ਕਿ ਮੈਂ ਯਾਨੀ ਜਵਾਬ ਦੇਣਾ ਮੈਨੂੰ 2 ਮਿੰਟ ਸੋਚ ਕੇ ਦੇਣਾ ਪਿਆ ਵੀ ਮੈਂ ਇਹਦਾ ਕੀ ਤੇ ਕਿਸ ਢੰਗ ਨਾਲ ਜਵਾਬ ਦਵਾਂ। ਯਾਨੀ ਜੋ ਮੈਨੂੰ ਪੁੱਛ ਰਿਹਾ ਕਿ ਮੈਂ ਇੰਟਰਨੈਟ ਤੇ ਤਾਂ ਇੰਜ ਵੇਖਿਆ ਸੀ ਜੋ ਹੁੰਦਾ, ਪਰ ਮੈਂ ਮਾਂ ਜਾਂ ਪਿਓ ਨੂੰ ਉਸ ਢੰਗ ਨਾਲ ਨਹੀਂ ਕੀਤਾ ਵੇਖਿਆ ਕਿ ਓਰਲ ਸੈਕਸ ਚਾਹੀਦਾ ਹੁੰਦਾ। ਜੇ ਮੈਨੂੰ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਕਿ ਮੈਂ ਇੱਕ ਆਊਟਡੋਰ ਚ ਬੈਠੀ ਬੱਚਿਆਂ ਦੀ ਡਾਕਟਰ ਇੱਕ 6ਵੀਂ ਜਮਾਤ ਦੇ ਬੱਚੇ ਨੂੰ ਇਹ ਸਵਾਲ ਦਾ ਜਵਾਬ ਕਿਸ ਤਰੀਕੇ ਦਵਾਂ, ਤੇ ਉਹਦੇ ਜਿਹਦੇ ਮਾਂ-ਪਿਓ ਇਹ ਸਮਝਦੇ ਨੇ ਕਿ ਉਹ ਇਸ ਪੱਧਰ ਦਾ ਜੇ ਇੰਟੈਲੀਜੈਂਟ ਹੀ ਨਹੀਂ, ਤੇ ਉਹਨਾਂ ਮੰਤਰੀਆਂ ਨੂੰ ਕੀ ਸਮਝਾਈਏ ਜਿਹੜੇ ਕਹਿੰਦੇ ਨੇ ਸੈਕਸ ਐਜੂਕੇਸ਼ਨ ਦੀ ਗੱਲ ਹੀ ਨਹੀਂ ਕਰਨੀ। ਇਹ ਚੀਜ਼ ਬਾਰੇ ਜੇ ਬੱਚਾ ਸਵਾਲ ਪੁੱਛਦਾ ਤਾਂ ਇਹ ਸਕੂਲਾਂ ਵਿੱਚ ਪੜ੍ਹਾਉਣਾ ਸੌਖਾ ਨਹੀਂ ਹੈ। ਇਹਦਾ ਤਰੀਕਾ ਇਹ ਹੈ ਕਿ ਤੁਸੀਂ ਉਹਨਾਂ ਬੱਚਿਆਂ ਨੂੰ ਇੰਡੀਵਿਜੂਅਲ ਜਾਂ ਤਾਂ ਉਹਨਾਂ ਦੀਆਂ ਕੁਐਰੀਜ਼ ਕਲੀਅਰ ਕੀਤੀਆਂ ਜਾਣ ਕਿ ਜਿਨ੍ਹਾਂ ਨੂੰ ਕੋਈ ਸਵਾਲ ਹੈ ਤੁਸੀਂ ਬੰਦ ਬਾਕਸ ਦੇ ਵਿੱਚ ਆਪਣਾ ਪਾ ਕੇ ਜਾ ਸਕਦੇ ਹੋ ਕਿ ਇਹ ਸਵਾਲ ਹੈ ਮੈਂ ਪੁੱਛਣਾ, ਤੇ ਉਹਨੂੰ ਪਤਾ ਹੋਵੇ ਕਿ ਮੇਰੇ ਮਾਂ-ਪਿਓ ਇਨਵੋਲਵ ਨਹੀਂ ਹੋਣਗੇ, ਮੈਂ ਅੰਡਰ ਸੀਕ੍ਰੇਸੀ ਇਹ ਗੱਲ ਸ਼ੇਅਰ ਕਰ ਰਿਹਾ ਆਪਣੀ ਟੀਚਰ ਨਾਲ। ਤਾਂ ਕਈ ਟੀਚਰਸ ਵੀ ਹੋਣਗੇ ਜਿਹੜੇ ਝੱਕ ਜਾਣਗੇ, ਜਵਾਬ ਨਹੀਂ ਦੇਣਾ ਚਾਹਣਗੇ। ਉਸ ਸਟੇਜ ਤੇ ਕੰਪਲਸਰੀ ਹੈ ਹਰ ਸਕੂਲ ਵਿੱਚ ਇੱਕ ਸਾਈਕੈਟਰਿਸਟ, ਸਾਈਕੋਲੋਜਿਸਟ ਜਾਂ ਇੱਕ ਬੱਚਿਆਂ ਦਾ ਡਾਕਟਰ ਜਿਹਦਾ ਵਿਜ਼ਿਟ ਜ਼ਰੂਰੀ ਹੋਵੇ once a month, ਤਾਂ ਕਿ ਅਜਿਹੇ ਸਵਾਲ ਉਹ ਉੱਥੇ ਟੈਕਲ ਕਰ ਸਕੇ। ਟੀਚਰਸ ਦੇ ਹੱਥੋਂ ਇਹ ਸਵਾਲ, ਕਿਉਂਕਿ ਉਹ ਆਪ ਉਹਨੇ ਇਸ ਪੱਖੋਂ ਐਜੂਕੇਟਡ ਇਸ ਪਾਸੇ ਨਹੀਂ ਹੋਣਗੇ, ਬਹੁਤ ਔਖੇ ਹੁੰਦੇ ਨੇ ਜਵਾਬ ਦੇਣੇ। ਟੂ ਦਿਸ ਐਕਸਟੈਂਟ ਕਿ ਮੈਂ ਨਰਸਿੰਗ ਕਾਲਜ ਦੇ ਵਿੱਚ ਇੱਕ ਥਾਂ ਤੇ ਲੈਕਚਰ ਦੇਣ ਗਈ ਸਾਂ, ਇਸੇ ਤਰ੍ਹਾਂ ਸਵਾਲ ਉਹਨਾਂ ਤੋਂ ਮੰਗੇ। ਮੈਂ ਹੈਰਾਨ ਸੀ ਕਿ ਉਹਨਾਂ ਚੋਂ 100 ਤਾਂ ਨਹੀਂ ਪਰ 99% ਜ਼ਰੂਰ ਸਨ ਜਿਨ੍ਹਾਂ ਦੇ ਸਵਾਲ ਸਾਰੇ ਦੇ ਸਾਰੇ ਰਿਲੇਟਡ ਟੂ ਸੈਕਸ ਸਨ। ਮੇਰਾ ਮਕਸਦ ਇਹ ਸੀ ਤੁਹਾਨੂੰ ਥੋੜਾ ਜਿਹਾ ਇਨਸਾਈਟ ਦਵਾਂ ਕਿ ਬੱਚੇ ਬਹੁਤ ਸਾਡੇ ਤੋਂ ਅਗਾਂਹ ਸੋ, ਪਰ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇਣੀ, ਸਮਝਾਣਾ ਇਹ ਸਾਡੇ ਇਸ ਮੁਲਕ ਵਿੱਚ ਹੈ ਹੀ ਨਹੀਂ। ਅਸੀਂ ਇਹਨੂੰ ਇੰਨਾ ਕੁ ਇਹਦੇ ਨਾਲ ਭੈ ਤੇ ਉਹ ਇੰਨਾ ਕੁਝ ਜੋੜ ਛੱਡਿਆ ਕਿ ਇਹਦੀ ਗੱਲ ਕਰਨ ਵਾਲੇ ਨੂੰ ਵੀ ਅਸੀਂ ਗੁਨਾਹਗਾਰ ਮੰਨਦੇ ਹਾਂ। ਸੋ ਇਸੇ ਲਈ ਚੱਲ ਸਭ ਕੁਝ ਰਿਹਾ ਹੈ। ਰੇਪਸ ਹੋ ਰਹੇ ਨੇ ਦੂਜੀ ਜਮਾਤ ਦੀਆਂ ਬੱਚੀਆਂ ਦੇ, ਉਸੇ ਸਕੂਲ ਦਾ 7ਵੀਂ ਜਮਾਤ ਦਾ ਕਰ ਰਿਹਾ ਹੈ, ਸਭ ਕੁਝ ਹੋ ਰਿਹਾ ਹੈ। ਸਿਰਫ ਗੱਲ ਇਹ ਹੈ ਕਿ ਉਹਨੂੰ ਅਸੀਂ ਜਾਣ ਬੁੱਝ ਕੇ ਇੱਕ ਪਰਦਾ ਪਾਉਣਾ ਚਾਹੁੰਦੇ ਹਾਂ, ਤੇ ਪਰ ਜੇ ਇਹਨੂੰ ਰੋਕਣਾ ਜੇ ਤਾਂ ਮਤਲਬ ਹੈ ਅਸੀਂ ਇਹਨੂੰ ਸਾਹਮਣੇ ਟੈਕਲ ਕਰੀਏ, ਉਹਨਾਂ ਬੱਚਿਆਂ ਨੂੰ ਸਮਝਾਈਏ, ਉਹਨਾਂ ਨੂੰ ਰਾਹ ਦੱਸੀਏ ਕਿਸ ਤਰੀਕੇ ਤੁਸੀਂ
ਆਪਣੀ ਪੜ੍ਹਾਈ ਵੱਲ ਤੁਰਨਾ, ਪਹਿਲਾਂ ਆਪਣੀ ਜ਼ਿੰਦਗੀ 'ਚ ਕੁਝ ਅਚੀਵ ਕਰ ਲਓ, ਇਹ ਕਿਤੇ ਨਹੀਂ ਭੱਜਿਆ ਜਾਂਦਾ। ਪਰ ਉਹ ਕਿਉਂਕਿ ਅਸੀਂ ਉਹਨੂੰ ਦਬਾ ਰਹੇ ਹਾਂ, ਉਹ ਹੋਰ ਭੈੜੇ ਤਰੀਕੇ ਸਾਹਮਣੇ ਸਗੋਂ ਉੱਭਰ ਕੇ ਆ ਰਿਹਾ ਜੀ। ਮੈਡਮ, ਤੁਸੀਂ ਇੰਟਰਨੈਟ ਦੀ ਗੱਲ ਕੀਤੀ ਹੈ, ਤਾਂ ਅੱਜ ਕਰੋਨਾ ਦੇ ਦੌਰ ਵਿੱਚ ਹਰ ਬੱਚੇ ਦੇ ਹੱਥ ਵਿੱਚ ਮੋਬਾਈਲ ਹੈ, ਭਾਵੇਂ ਉਹ ਪਹਿਲੀ ਜਮਾਤ ਦੇ ਵਿੱਚ ਪੜ੍ਹਦਾ ਹੈ, ਭਾਵੇਂ ਉਹ ਹਾਇਰ ਕਲਾਸਿਸ ਦੇ ਵਿੱਚ ਪੜ੍ਹਦਾ ਹੈ। ਇੰਟਰਨੈਟ ਦੇ ਉੱਤੇ ਉਹ ਸਭ ਕੁਝ ਉਪਲਬਧ ਹੈ, ਪੁੱਠਾ ਸਿੱਧਾ, ਜੋ ਬੱਚੇ ਕੰਜ਼ਿਊਮ ਕਰੀ ਜਾ ਰਹੇ ਨੇ। ਉਹਨਾਂ ਦੇ ਮਾਂ-ਬਾਪ ਨੂੰ ਵੀ ਨਹੀਂ ਪਤਾ ਕਿ ਉਹ ਕੀ ਵੇਖ ਰਹੇ ਨੇ। ਤਾਂ ਕੀ ਤੁਸੀਂ ਸਮਝਦੇ ਹੋ ਕਿ ਕਿਤੇ ਨਾ ਕਿਤੇ ਇੰਟਰਨੈਟ ਤੇ ਵੀ ਕੋਈ ਨਾ ਕੋਈ ਰੋਕ ਲੱਗਣੀ ਚਾਹੀਦੀ ਹੈ, ਤਾਂ ਕਿ ਜੋ ਛੋਟੀਆਂ ਜਮਾਤਾਂ ਦੇ ਬੱਚੇ ਨੇ, ਜਿਨ੍ਹਾਂ ਦੀ ਉਮਰ ਉਹ ਚੀਜ਼ ਵੇਖਣ ਦੀ ਨਹੀਂ ਆ, ਉਹ ਸਿੱਖਣ ਦੀ ਨਹੀਂ ਆ, ਉਹ ਚੀਜ਼ ਕੰਜ਼ਿਊਮ ਕਰਨ ਦੀ ਨਹੀਂ ਆ, ਜੋ ਖਪਤਵਾਦੀ ਯੁੱਗ ਉਹਨਾਂ ਨੂੰ ਦੇ ਰਿਹਾ ਹੈ, ਆਪਣੇ ਹਿਸਾਬ ਨਾਲ ਦੇ ਰਿਹਾ ਹੈ, ਤਾਂ ਕਿ ਉਹ ਲਾਭ ਕਮਾ ਸਕੇ। ਕਿਤੇ ਨਾ ਕਿਤੇ ਇੰਟਰਨੈਟ ਤੇ ਕੋਈ ਰੋਕ ਲੱਗਣੀ ਚਾਹੀਦੀ ਹੈ। ਸਾਡੇ ਇਸ ਵੇਲੇ ਦੀ ਜੋ ਲੇਟੈਸਟ ਕਿਤਾਬ ਆਈ ਜੇ ਪੀਡੀਆਟ੍ਰਿਕਸ ਦੀ ਵੀ, ਉਹਦੇ ਵਿੱਚ ਇੱਕ ਨਵਾਂ ਚੈਪਟਰ ਐਡ ਹੋ ਕੇ ਆਇਆ, ਇੰਟਰਨੈਟ ਐਡਿਕਸ਼ਨ ਡਿਸਆਰਡਰ। ਇਹ ਸਪਸ਼ਟ ਰੂਪ ਵਿੱਚ ਹੁਣ ਜੋ ਬਿਮਾਰੀ ਗਿਣੀ ਜਾਣ ਲੱਗ ਗਈ ਹੈ ਕਿ ਇੰਟਰਨੈਟ ਦੀ ਐਡਿਕਸ਼ਨ ਬੱਚਿਆਂ ਨੂੰ ਜ਼ਿੰਦਗੀ ਭਰ ਲਈ ਮਾਨਸਿਕ ਰੋਗੀ ਬਣਾ ਰਹੀ ਹੈ, ਜਿਹਦੇ ਵਿੱਚ ਕਈ ਵੈਰਾਈਟੀਜ਼ ਨੇ। ਲਗਭਗ ਉਹ, ਕਿਉਂਕਿ ਸਮਾਂ ਉਹਨਾਂ ਸ਼ਾਇਦ ਇਜਾਜ਼ਤ ਨਾ ਦੇਵੇ ਕਿ ਮੈਂ ਸਾਰੀਆਂ ਤੁਹਾਨੂੰ ਉਹਦੀਆਂ, ਕਿਉਂਕਿ 22-23 ਅੱਗੋਂ ਕਿਸਮਾਂ ਨੇ, ਜਿਨ੍ਹਾਂ 'ਚ ਇੱਕ ਮੇਜਰ ਜੋ ਕਿ ਉਹਦਾ ਪਰਮਾਨੈਂਟਲੀ ਡੈਮੇਜ ਹੋ ਜਾਂਦਾ ਟੁਵਰਡਸ ਐਡਿਕਸ਼ਨ ਟੁਵਰਡਸ ਸੈਕਸ, ਜੋ ਕਿ ਇਹ ਵੀ ਉਹਦੇ ਵਿੱਚ ਇੱਕ ਸਪੈਸੀਫਿਕ ਮੈਂਸ਼ਨਡ ਹੈ ਕਿ ਉਹ ਬੱਚਾ ਹੀ, ਯਾਨੀ ਜੋ ਕਿ ਸਾਡੇ ਕੋਲ ਸਾਹਮਣੇ ਆਏ ਕੇਸ ਨੇ, ਜਿਵੇਂ 6ਵੀਂ 7ਵੀਂ 8ਵੀਂ ਦੇ, ਉਹਨਾਂ ਦਾ ਇੱਕੋ ਏਮ ਰਹਿ ਜਾਂਦਾ ਕਿ ਕੋਈ ਵੱਡੀ ਔਰਤ ਦਿਸ ਜਾਏ ਜਾਂ ਬੱਚੀ ਹੈ, ਈਵਨ ਆਪਣੀ ਟੀਚਰ, ਤੇ ਉਹਨੂੰ ਇੱਕੋ ਹੀ ਸੋਚ ਇੱਕ ਪਾਸੇ ਰਹਿ ਜਾਂਦੀ ਹੈ ਕਿ ਹਾਊ ਟੂ ਰੇਪ, ਹਾਊ ਟੂ ਹੈਵ ਸੈਕਸ ਵਿਦ them। ਸੋ ਇਹ ਚੀਜ਼ਾਂ ਦੀ ਵਿਗੜੀ ਸੋਚ, ਸਾਨੂੰ ਸੀਰੀਅਲ ਰੇਪਿਸਟ ਸਾਡੇ ਸਾਹਮਣੇ ਆਣੇ ਸ਼ੁਰੂ ਹੋ ਚੁੱਕੇ ਨੇ। ਇਸ ਤੋਂ ਇਲਾਵਾ ਡਰੱਗਸ ਵੱਲ ਰੁਝਾਨ ਹੋਣਾ ਬਹੁਤ ਜ਼ਿਆਦਾ, ਕਿਉਂਕਿ ਅੱਜ ਕੱਲ ਇੰਟਰਨੈਟ ਤੇ ਡਰੱਗਸ ਖੁੱਲੀਆਂ ਅਵੇਲੇਬਲ ਨੇ। ਇਸੇ ਤਰ੍ਹਾਂ ਟੁਵਰਡਸ ਕ੍ਰਾਈਮ ਝੁਕਾਅ ਹੋ ਜਾਣਾ, ਤੇ ਇਹ ਸਾਰੀਆਂ ਚੀਜ਼ਾਂ ਜੋ ਇੱਕ ਡਿਸਆਰਡਰ ਬਣ ਕੇ ਸਾਹਮਣੇ ਆਇਆ, ਉਹਦਾ ਅਲਟੀਮੇਟ ਉਹਨਾਂ ਨੇ ਇਹੋ ਨਤੀਜਾ ਕੱਢਿਆ ਕਿ ਭਾਈ ਕਿਸੇ ਵੀ, ਅੰਦਾਜ਼ਾ ਲਾਓ, ਕਿਸੇ ਵੀ ਹਾਲਤ ਵਿੱਚ 8ਵੀਂ ਜਮਾਤ ਤੱਕ ਨਾ ਤੁਸੀਂ ਇਹਨਾਂ ਬੱਚਿਆਂ ਨੂੰ ਮੋਬਾਈਲਸ ਦੀ ਆਦਤ ਪਾਓ। ਉਸ ਤੋਂ ਬਾਅਦ ਸ਼ੁਰੂ ਕਰੋ ਇਹਨਾਂ ਨੂੰ ਦੇਣੇ, ਉਹ ਵੀ ਸਪੈਸ਼ਲ ਚੈੱਕ ਦੇ ਅੰਡਰ। ਮੋਬਾਈਲਸ ਤੇ ਨਹੀਂ, ਉਹਨਾਂ ਨੂੰ ਕਹੋ ਤੁਸੀਂ ਕੰਪਿਊਟਰਸ ਤੇ ਵਰਕ ਕਰੋ, ਜਿਹੜਾ ਸੈਂਟਰਲ ਸਪੇਸ ਤੇ ਹੋਵੇ, ਤਾਂ ਕਿ ਲਿਮਿਟਿਡ ਟਾਈਮ ਤੇ ਬੱਚਾ ਦੇਖੇ, ਤੇ ਬਾਕੀ ਸਾਈਟਸ ਨਾ ਦੇਖਦਾ ਹੋਵੇ, ਧਿਆਨ ਕਰੋ, ਫੇਰ ਹੀ ਤੁਸੀਂ ਉਹਨੂੰ ਸਿੱਧਾ ਦੇ ਸਕਦੇ। ਉਸ ਤੋਂ ਬਾਅਦ ਤੁਹਾਨੂੰ ਖੁੱਲੇ, ਕਿਉਂਕਿ ਦਿਮਾਗ ਦਾ ਵਿਕਾਸ ਹੋ ਚੁੱਕਾ, ਉਹਨੂੰ ਜਿਸ ਪਾਸੇ ਦਾ ਤੁਸੀਂ ਤੋਰਨਾ ਸੀ ਜੇ ਤੋਰ ਚੁੱਕਿਆ, ਤਾਂ ਉਸ ਤੋਂ ਬਾਅਦ ਇਹ ਚੀਜ਼ਾਂ ਉਹਦੇ ਤੇ ਮਾੜੇ ਪਾਸੇ ਵੱਲ ਅਸਰ ਨਹੀਂ ਪਾਣਗੀਆਂ, ਨੈਚੁਰਲ ਹੋ ਕੇ ਸਾਹਮਣੇ ਆਉਣਗੀਆਂ। ਬਿਕੋਜ਼ ਪਹਿਲਾਂ ਤਾਂ ਅਸੀਂ ਕੰਸੀਡਰ ਕਰੀਏ ਸੈਕਸ ਇਜ਼ ਅ ਹਿਊਮਨ ਬੀਇੰਗ, ਜਾਨਵਰਾਂ ਵਿੱਚ ਵੀ ਹੋਵੇ, ਬੰਦਿਆਂ ਵਿੱਚ ਵੀ, ਪਰ ਉਹਨੂੰ ਇੱਕ, ਯਾਨੀ ਇੱਕ ਸਪੈਸੀਫਿਕ ਨੀਡ ਨੂੰ ਇੱਕ ਟਾਈਮ ਤੱਕ ਸੀਮਤ ਹੋਣਾ ਚਾਹੀਦਾ, ਨਾ ਕਿ 24 ਘੰਟੇ ਉਹਦਾ ਦਿਮਾਗ ਤੇ ਕਾਬਜ਼ ਹੋ ਜਾਵੇ ਤਾਂ ਉਹ ਬਾਕੀ ਵਿਕਾਸ ਹੋ ਹੀ ਨਹੀਂ ਸਕਦਾ। ਸੋ ਇਹ ਚੀਜ਼ ਲਈ ਜੋ ਅਸੀਂ ਹੁਣ ਧੱਜੀਆਂ ਉਡਾਤੀਆਂ ਉਹਦੀਆਂ, ਕਿ ਦੂਜੀ ਚ ਕਿ ਤੀਜੀ ਚ ਸਾਰੇ ਹੀ ਜਿਹੜੇ 24 ਘੰਟੇ ਤੁਸੀਂ ਫੇਸਬੁੱਕਾਂ ਤੇ ਵੀ ਹੋ, ਇਹ ਥੋੜੇ ਫੁਲਿਸ਼ ਆਰਡਰਸ ਨੇ। ਪਰ ਮੈਂ ਫਿਰ ਉਹੀ ਗੱਲ ਕਹਿ ਰਹੀ ਹਾਂ ਕਿ ਜੇ ਮੰਤਰੀ ਪੱਧਰ ਤੇ ਤੁਸੀਂ ਇਹੋ ਜਿਹੇ ਆਰਡਰ ਕਢਾਓਗੇ ਤਾਂ ਕੌਣ ਸਿਖਾਉਣ ਜਾਏਗਾ, ਕੌਣ ਕਹੇਗਾ ਰਾਣੀ ਅੱਗਾ ਟੱਕ ਇਹ ਚੀਜ਼ਾਂ, ਇਹ ਆਰਡਰਸ ਗਲਤ ਨੇ ਭਾਈ। 2 ਮਹੀਨੇ ਪੜ੍ਹਾਈ ਨਾ ਵੀ ਹੋਵੇ ਤਾਂ ਮਾਂ ਜਾਂ ਪਿਓ ਤੋਂ ਤੁਸੀਂ ਉਹਦਾ ਜਿਹੜਾ ਵੀ ਤੁਸੀਂ ਜਾਂਦਾ ਕੰਪਿਊਟਰ ਤੇ, ਉਹਨੂੰ ਕੱਢ ਕੇ ਪੇਪਰ ਦਿਓ, ਕਰ ਲਵੇ ਵਾਪਸ ਕੰਪਿਊਟਰ ਤੇ ਚੜਾ ਕੇ ਭੇਜ ਦਿਓ, ਰਾਦਰ ਕੇ ਲਗਾਤਾਰ ਤੁਸੀਂ ਉਹਨੂੰ ਹਮੇਸ਼ਾ ਲਈ ਫੇਸਬੁੱਕਾਂ ਤੇ ਚਾੜ ਦਿਓ, ਜੋ ਕਿ ਬਿਲਕੁਲ ਹੀ ਗਲਤ ਇਹ ਸੋਚ ਨਹੀਂ ਹੋਣੀ ਚਾਹੀਦੀ। ਮੈਡਮ, ਅਸੀਂ ਨੇ ਕਾਨੂੰਨੀ ਸੰਸਥਾਵਾਂ ਦੀ ਗੱਲ ਕਰ ਲਈ ਹੈ, ਉੱਥੇ ਊਣਤਾਈਆਂ ਦੀ ਗੱਲ ਕਰ ਲਈ ਹੈ। ਮੈਂ ਆਉਣਾ ਚਾਹੂੰਗੀ ਸਮਾਜਿਕ ਸੰਸਥਾਵਾਂ ਦੇ ਵਿੱਚ, ਜਿਹਦੇ ਵਿੱਚ ਸਾਡੀਆਂ ਧਾਰਮਿਕ ਸੰਸਥਾਵਾਂ ਅਹਿਮ ਰੋਲ ਅਦਾ ਕਰਦੀਆਂ ਨੇ। ਧਰਮ ਜੋ ਮਨੁੱਖੀ ਇਖਲਾਕਾਂ ਦਾ ਮੁਜੱਸਮਾ ਸਮਝਿਆ ਜਾਂਦਾ ਹੈ, ਕਿ ਸਾਡੀਆਂ ਧਾਰਮਿਕ ਸੰਸਥਾਵਾਂ ਮਨੁੱਖੀ ਵਿਵਹਾਰ ਦੇ ਸੁਧਾਰ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ? ਮੈਂ ਫੇਲ ਗਿਣਦੀ ਹਾਂ ਉਹਨਾਂ ਨੂੰ। ਮੈਂ ਸ਼ੁਰੂ ਹੀ ਉੱਥੋਂ ਕੀਤਾ ਸੀ, ਧਰਮ ਨੇ ਕਦੇ ਵੀ ਔਰਤ ਨਾਲ ਤਾਂ ਸੱਚਮੁੱਚ ਕਦੇ ਨਿਆਂ ਕੀਤਾ ਹੀ ਨਹੀਂ। ਮੈਂ ਜਦੋਂ ਤੱਕ ਨਿਆਂ ਕਰਦੇ ਵੇਖਦੀ ਹਾਂ ਤਾਂ ਜਿਉਂਦੇ ਜਾਗਦੇ ਰੱਬ ਲੱਭਦੀ ਹਾਂ। ਜਿੱਥੇ ਅਨੇਕ ਥਾਈਂ ਮੈਂ ਆਪ ਗਵਾਹ, ਆਪਣੇ ਅੱਖੀਂ ਦੇਖੀ ਚੀਜ਼, ਜਿੱਥੇ ਕੋਈ ਰਿਸ਼ਤੇਦਾਰੀ ਵਿੱਚ ਵੀ ਨਾ ਹੋਏ,
ਪਰ ਫਿਰ ਵੀ ਲੋੜ ਪੈਣ ਤੇ ਈਵਨ ਸੜਕਾਂ ਤੇ ਲੰਘਦਾ ਵੀ ਕੋਈ ਰਾਹਗੀਰ ਵੀ ਹੋਵੇ, ਉਹ ਵੀ ਜਦੋਂ ਦੇਖਦਾ ਜ਼ੁਲਮ ਹੁੰਦਾ ਤਾਂ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਵਿੱਚ ਕੁੱਦ ਪੈਂਦਾ ਜੇ। ਇਹੋ ਜਿਹੇ ਲੋਕ ਨੇ। ਦੂਜੇ ਪਾਸੇ ਉਹ ਵੀ ਨੇ ਜਿਹੜੇ ਅੱਖਾਂ ਮੀਟ ਕੇ ਲੰਘ ਵੀ ਜਾਂਦੇ ਨੇ, ਵੱਡੀ ਗਿਣਤੀ ਉਹੀ ਹੋਇਆ ਕਰਦੇ ਨੇ, ਪਰ ਸਮਾਜ ਬਦਲਣ ਲਈ ਪੰਜ ਵੀ ਬਥੇਰੇ ਹੋਇਆ ਕਰਦੇ ਨੇ ਜਦੋਂ ਲੋਕ ਅੱਗੇ ਖੜੇ ਹੋ ਜਾਣ। ਸੋ ਇਸੇ ਲਈ ਜਦੋਂ ਇਹੋ ਜਿਹੀ ਚੀਜ਼ ਅਸੀਂ ਝਾਕਦੇ ਹਾਂ ਤਾਂ ਧਰਮ ਵੱਲੋਂ ਤਾਂ ਮੇਰੇ ਹਿਸਾਬ ਨਾਲ ਕੁਝ ਵੀ ਸਾਨੂੰ ਪਾਲਣਾ ਨਹੀਂ ਚਾਹੀਦਾ, ਕਿਉਂਕਿ ਨਾ ਤਾਂ ਅਸੀਂ ਧਰਮ ਨੂੰ ਸਮਝ ਸਕੇ ਅਜੇ ਤੱਕ। ਧਰਮ ਸਿਰਫ ਹੈ ਹੀ ਤਾਂ ਜੇ ਇਨਸਾਨ ਹੈ, ਜੇ ਇਨਸਾਨ ਨਹੀਂ ਹੈ ਤਾਂ ਧਰਮ ਹੈ ਹੀ ਨਹੀਂ। ਯਾਨੀ ਬਣਾਉਣ ਵਾਲਾ ਵੀ ਇਨਸਾਨ ਹੀ ਸੀ ਜਿਹਨੇ ਘੜਿਆ, ਤੇ ਫਿਰ ਉਹਨੂੰ ਲਾਗੂ ਕਰਨ ਵਾਲਾ ਵੀ ਇਨਸਾਨ ਹੀ ਹੈ ਜੋ ਇਹਨੂੰ ਕਿਸੇ ਵੀ ਤਰੀਕੇ ਆਪਣੇ ਮਤਲਬ ਅਨੁਸਾਰ ਢਾਲ ਲੈਂਦਾ ਜੇ ਉਹਨੂੰ। ਦਰਅਸਲ ਇਸ ਸਾਰੇ ਦਾ ਸਾਰਾ ਜਿਹੜਾ ਹੁਣ ਖੜਾ ਜੇ ਇਸ ਵੇਲੇ ਧਰਮ ਆਧਾਰਿਤ ਇੱਕ ਅੰਧ ਵਿਸ਼ਵਾਸ ਦੇ ਉੱਤੇ, ਜਿਹਦੇ ਵਿੱਚੋਂ ਕੱਢਿਆ ਗਿਆ ਸੀ ਸਾਨੂੰ ਤੇ ਸਮੁੱਚੇ ਜਗਤ ਨੂੰ ਹੀ ਇੱਕ ਤਰੀਕੇ ਪੈਸੇ ਇਕੱਠੇ ਕਰਨ ਦਾ ਢੰਗ ਬਣਾ ਛੱਡਿਆ। ਉਹਦੇ ਤੋਂ ਸਿੱਖਿਆ ਵਰਗੀ ਚੀਜ਼ ਅਸੀਂ ਕਿਤੇ ਪਾਸੇ ਕੱਢ ਦਿੱਤੀ ਏ। ਅਸੀਂ ਅੰਧ ਵਿਸ਼ਵਾਸਾਂ ਚ ਵੀ ਜਦੋਂ ਮਾੜਾ ਹੋਣਾ ਤਾਂ ਵੀ ਰੱਬ ਨੇ ਕਰਨਾ, ਚੰਗਾ ਹੋਣਾ ਤਾਂ ਵੀ ਉਹਦੇ ਕੋਲ ਹੀ ਜਾਣਾ। ਯਾਨੀ ਉਹ ਰੱਬ ਨੂੰ ਮੈਂ ਤਾਂ ਸੌਖੇ ਤਰੀਕੇ ਹੀ ਸਾਰਿਆਂ ਕੋਲ ਜਿੱਥੇ ਗੱਲ ਕਰਦੀ ਹਾਂ ਹੀ ਸਮਝਾਉਂਦੀ ਹਾਂ ਵੀ ਮੈਨੂੰ ਦੱਸ ਦਿਓ, ਤੁਹਾਡੇ ਕੋਲ ਇੱਕ ਅਰਜ਼ੀ ਆਵੇ ਇੱਕੋ ਹੀ ਪਿੰਡ ਚੋਂ ਵੀ ਭਾਈ ਮੈਨੂੰ ਮੀਂਹ ਚਾਹੀਦਾ ਅੱਜ, ਤੇ ਦੂਜਾ ਕਵੇ ਨਾ ਜੀ ਮੀਂਹ ਬਿਲਕੁਲ ਨਹੀਂ ਪੈਣਾ ਚਾਹੀਦਾ, ਮੇਰੀ ਛੱਤ ਚੋਂਦੀ ਹੈ ਨਹੀਂ ਹੋਣਾ ਚਾਹੀਦਾ, ਦੂਜਾ ਕਵੇ ਮੇਰੀ ਫਸਲ ਸੁੱਕ ਰਹੀ ਹੈ ਮੀਂਹ ਚਾਹੀਦਾ। ਹੁਣ ਇੱਕ ਕਵੇ ਵੀ ਮੈਨੂੰ ਤਾਂ ਜੀ ਅੱਜ ਧੁੱਪ ਤਿੱਖੀ ਚਾਹੀਦੀ ਹੈ, ਤੇ ਇੱਕ ਕਵੇ ਨਾ ਜੀ ਤਿੱਖੀ ਧੁੱਪ ਨਾਲ ਮੇਰੀ ਤਾਂ ਬਾਹਰ ਉਹ ਜਿਹੜੀ ਹੈਗੀ ਸੀ ਰੰਗ ਫਿੱਟ ਜਾਣਾ ਮੇਰੇ ਕੱਪੜੇ ਦਾ। ਯਾਨੀ ਉਹ ਰੱਬ ਜਿਹਨੂੰ ਅਸੀਂ ਸਮਝ ਤਾਂ ਲਿਆ ਇੱਕ ਅਣਦੇਖੀ ਸ਼ਕਤੀ, ਜਿਹਨੂੰ ਦੁਨੀਆ ਦਾ ਹਰ ਖਰਬਾਂ ਬੰਦਿਆਂ ਵੱਲੋਂ ਮੰਗਾਂ ਪਹੁੰਚਦੀਆਂ ਨੇ ਵੱਖੋ ਵੱਖਰੀਆਂ, ਜੀ ਮੇਰਾ ਆਹ ਕਰ ਮੇਰਾ ਆਹ ਕਰ, ਤੇ ਇੱਕੋ ਕਲੋਨੀ ਵਿੱਚ ਵੀ ਦੋ ਬੰਦੇ ਵੱਖੋ ਵੱਖਰੀ ਸੋਚ ਨਾਲ ਮੰਗਣਗੇ। ਕਿਹੜੇ ਰਜਿਸਟਰ ਪਏ ਨੇ ਉੱਥੇ ਜਿਹੜਾ ਨੋਟ ਕਰ ਰਿਹਾ ਵੀ ਇਸ ਘਰ ਤੇ ਮੈਂ ਧੁੱਪ ਦੇਣੀ ਹੈ, ਇਸ ਘਰ ਤੇ ਛਾਂ ਦੇਣੀ ਹੈ, ਇਸ ਘਰ ਤੇ ਗੜੇ ਪਾਣੇ ਨੇ, ਇੱਥੇ ਮੈਂ ਸੋਕਾ ਪਾਣਾ। ਯਾਨੀ ਉਹ ਵਿਹਲਾ ਬੈਠਾ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ। ਉਹਨੂੰ ਅਸੀਂ ਕਿਉਂ ਨਹੀਂ ਸਮਝਦੇ ਕਿ ਰੱਬ ਸਾਡੇ ਅੰਦਰ ਹੀ ਹੈ ਲੁਕਿਆ ਹੋਇਆ, ਤੇ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਉਹ ਰੱਬ ਹੀ ਦੂਜਾ ਬੰਦਾ ਤੁਹਾਨੂੰ ਸਮਝ ਲੈਂਦਾ ਵੀ ਮੇਰੀ ਲੋੜ ਨੂੰ ਖੜਾ ਹੋਇਆ ਤਾਂ ਰੱਬ ਇਹੀ ਹੈ। ਤਾਂ ਉਹਨੂੰ ਅਸੀਂ ਮੰਦਿਰਾਂ ਗੁਰਦੁਆਰਿਆਂ ਚ ਕੈਦ ਨਹੀਂ ਕਰ ਸਕਦੇ। ਇਹ ਤਾਂ ਅਸੀਂ ਟਾਰਚਰ ਸੈੱਲ ਬਣਾ ਕੇ ਰੱਖ ਦਿੱਤੇ ਨੇ, ਇੱਕ ਡਰ ਦਾ ਬਿਜ਼ਨਸ ਚਲਾ ਰਹੇ ਹਾਂ ਕਿ ਭੈ ਜੇ ਉੱਥੇ ਤੁਹਾਨੂੰ ਕੁਛ ਨਾ ਕੁਛ ਹੋ ਜਾਣਾ, ਇਹ ਹੋ ਜਾਣਾ, ਇੰਜ ਹੋ ਜਾਣਾ। ਸੋ ਉਹ ਡਰ ਦਾ ਬਿਜ਼ਨਸ ਅਸੀਂ ਕਰ ਰਹੇ ਹਾਂ, ਪੈਸੇ ਚੜਾਈ ਜਾਂਦੇ ਹਾਂ ਬਈ ਸਾਡੇ ਤੇ ਮਾੜਾ ਕੰਮ ਹੋ ਗਿਆ ਬਖਸ਼ਦੀ। ਉਹ ਮੈਂ ਤਾਂ ਕਹਿ ਹੀ ਰਹੀ ਹਾਂ, ਦੱਸੋ ਰਜਿਸਟਰ ਕਿੱਥੇ ਹੈ ਜਿੱਥੇ ਕਾਂਟੇ ਲੱਗਦੇ ਨੇ। ਯਾਨੀ ਅਸੀਂ ਆਪਣੇ ਆਪ ਨੂੰ ਜਵਾਬ ਦੇ ਹਾਂ, ਆਪਣੀ ਅੰਤਰ-ਆਤਮਾ ਨੂੰ ਜਵਾਬ ਦੇ ਹਾਂ ਕਿ ਮੈਂ ਜੋ ਕਰ ਰਿਹਾ ਕੀ ਸਹੀ ਹੈ, ਮੈਨੂੰ ਇਸ ਕੀਤੇ ਨਾਲ ਖੁਸ਼ੀ ਮਹਿਸੂਸ ਹੋਈ, ਮੈਂ ਅੱਜ ਚੈਨ ਦੀ ਨੀਂਦ ਸੌਂ ਸਕਿਆ, ਜਾਂ ਮੇਰਾ ਮਨ ਹੀ ਮੈਨੂੰ ਕਚੋਟਦਾ ਹੈ ਜੀ ਨਹੀਂ ਕਰਨਾ ਚਾਹੀਦਾ ਸੀ। ਸੋ ਮਨ ਦੀ ਆਵਾਜ਼ ਸੁਣੀਏ ਕਿ ਇਹ ਮੈਂ ਠੀਕ ਕਰ ਰਿਹਾ ਜਾਂ ਨਹੀਂ। ਉਦੋਂ ਤੁਹਾਨੂੰ ਸਹੀ ਰੱਬ ਦੇ ਦਰਸ਼ਨ ਉੱਥੇ ਹੀ ਹੁੰਦੇ ਨੇ। ਬਿਲਕੁਲ ਇਸੇ ਤਰ੍ਹਾਂ ਦੂਸਰੇ ਅੰਦਰ ਵੀ ਰੱਬ ਭਾਲੀਏ ਕਿ ਜੇ ਆਪਣੇ ਅੰਦਰ ਅਸੀਂ ਲੱਭ ਰਹੇ ਹਾਂ ਤਾਂ ਦੂਜੇ ਅੰਦਰਲਾ ਰੱਬ ਵੀ ਇਹੋ ਕੁਝ ਸਾਡੇ ਤੋਂ ਮੰਗਦਾ ਹੈ ਕਿ ਅਸੀਂ ਉਹਦਾ ਕੀ ਕੁਝ ਸਵਾਰ ਸਕੇ, ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆ ਸਕੇ। ਯਕੀਨਨ ਅਸੀਂ ਆਪਣੇ ਆਪ ਤਬਦੀਲ ਹੋ ਜਾਵਾਂਗੇ। ਜੀ ਮੈਡਮ, ਇੱਕ ਮਨੁੱਖੀ ਸ਼ਖਸੀਅਤ ਨੂੰ ਉਸਾਰਨ ਉਗਾੜਨ ਦੇ ਵਿੱਚ ਸਕੂਲੀ ਜੋ ਸਾਡੀਆਂ ਸੰਸਥਾਵਾਂ ਨੇ, ਸਾਡੀਆਂ ਸਿੱਖਿਆ ਪ੍ਰਣਾਲੀ ਹੈ, ਉਸ ਦਾ ਬੜਾ ਮਹੱਤਵਪੂਰਨ ਰੋਲ ਹੁੰਦਾ ਹੈ। ਅੱਜ ਸਾਡੇ ਕੋਲ ਟੌਪ ਲੈਵਲ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਨੇ ਜੋ ਦਾਅਵੇ ਕਰਦੀਆਂ ਨੇ ਸਾਡੇ ਬੱਚਿਆਂ ਨੂੰ ਆਰਥਿਕ ਤੌਰ ਤੇ ਸਮਰੱਥ ਬਣਾਉਣ ਦੀ, ਕਰੋੜਾਂ ਦੇ ਪੈਕੇਜ ਦਿਵਾਉਣ ਦੀ, ਪਰ ਉਹੀ ਬੱਚਾ ਜਦੋਂ ਬਾਹਰ ਨਿਕਲ ਕੇ ਸਮਾਜ ਦੇ ਵਿੱਚ ਵਿਚਰਦਾ ਹੈ ਤਾਂ ਉਹ ਕਿਤੇ ਨਾ ਕਿਤੇ ਕੋਈ ਅਪਰਾਧ ਦੇ ਵਿੱਚ ਵੀ ਉਸ ਦੀ ਸ਼ਮੂਲੀਅਤ ਪਾਈ ਜਾਂਦੀ ਹੈ। ਤੁਸੀਂ ਇਸ ਵਰਤਾਰੇ ਨੂੰ ਕਿੱਦਾਂ ਦੇਖਦੇ ਹੋ ਕਿ ਵਿਦਿਆਰਥੀਆਂ ਦੀ ਸ਼ਮੂਲੀਅਤ ਔਰਤ ਦੀ ਤਸ਼ੱਦਦ ਦੇ ਵਿੱਚ ਹੋ ਰਹੀ ਹੈ? ਜੀ, ਸਾਡੇ ਸਕੂਲ ਕਾਲਜ ਇਸ ਵੇਲੇ ਅਸੀਂ ਬਿਜ਼ਨਸਮੈਨ ਬੜੇ ਵਧੀਆ ਬਣਾ ਰਹੇ ਹਾਂ, ਡਾਕਟਰ ਇੰਜੀਨੀਅਰ ਤਿਆਰ ਕਰ ਰਹੇ ਹਾਂ, ਪਰ ਇਨਸਾਨ ਨਹੀਂ ਬਣਾ ਰਹੇ। ਮੈਂ ਇਸ ਤੋਂ ਸਪਸ਼ਟ ਤੇ ਕਲੀਅਰ ਨਹੀਂ ਕਹਿ ਸਕਦੀ ਕਿ ਇੱਕ ਸਦਾਚਾਰਕ ਸਿੱਖਿਆ ਜੋ ਜ਼ਰੂਰੀ ਜੇ ਸਕੂਲੀ ਪੱਧਰ ਤੇ ਅਸੀਂ ਉਹ ਪੈਦਾ ਹੀ ਨਹੀਂ ਕਰਦੇ, ਤੇ ਕਸੂਰਵਾਰ ਉਹਦੇ ਲਈ ਵੀ ਅਸੀਂ ਹਾਂ। ਨਾ ਤਾਂ ਅਸੀਂ ਟੀਚਰਾਂ ਨੂੰ ਉਸ ਪੱਧਰ ਦੀ ਤਨਖਾਹ ਦੇ ਸਕਿਆ, ਨਾ ਉਹਨਾਂ ਨੂੰ ਇੱਜ਼ਤ ਮਾਣ ਦੇ ਸਕਿਆ। ਅੱਜ ਸਾਡੇ ਟੀਚਰਸ
ਯਾਨੀ ਠੁੱਡੇ ਖਾ ਰਹੇ ਨੇ ਸੜਕਾਂ ਦੇ ਉੱਤੇ ਢਿੱਡਾਂ ਦੇ ਵਿੱਚ, ਉਹ ਕਿਉਂ ਕਿਸੇ ਹੋਰ ਦੀ ਸ਼ਖਸੀਅਤ ਉਗਾੜਨ ਲਈ ਕੰਮ ਕਰਨਗੇ ਜਿਨ੍ਹਾਂ ਨੂੰ ਆਪਣੀ 2 ਵੇਲੇ ਦੀ ਰੋਟੀ ਦਾ ਜੁਗਾੜ ਨਾ ਹੋਵੇ। ਸੋ ਕਸੂਰਵਾਰ ਅਸੀਂ ਆ। ਪਹਿਲਾਂ ਅਸੀਂ ਬਣਦਾ ਇੱਜ਼ਤ ਮਾਣ ਸਤਿਕਾਰ ਅਧਿਆਪਕਾਂ ਨੂੰ ਦਈਏ ਤਾਂ ਹੀ ਉਹ ਨਿੱਠ ਕੇ ਕੰਮ ਕਰ ਸਕਣਗੇ। ਜਿਨ੍ਹਾਂ ਨੂੰ ਸਿਰਫ ਸੋਚ ਇੱਥੇ ਤੱਕ ਸੀਮਤ ਹੋਏ ਕਿ ਮੈਨੂੰ ਪਤਾ ਨਹੀਂ ਸ਼ਾਮ ਨੂੰ ਸ਼ਾਇਦ ਸ਼ਰਾਬ ਦੀ ਫੈਕਟਰੀ 'ਚ ਡਿਊਟੀ ਲੱਗ ਜਾਣੀ ਹੈ, ਕੱਲ ਨੂੰ ਮੈਂ ਵੋਟਾਂ ਗਿਣਨ ਲਈ ਤੁਰ ਜਾਣਾ, ਯਾਨੀ ਉਹਨੂੰ ਅਸੀਂ ਕਿਤੇ ਟਿਕਣ ਹੀ ਨਹੀਂ ਦੇ ਰਹੇ ਕਿ ਤੂੰ ਸਾਡੇ ਆਉਣ ਵਾਲੇ ਜੋ ਸਮਾਜ ਦੇ ਵਿੱਚ ਵਿਕਾਸ ਕਰਨਾ ਹੈ ਉਹਨਾਂ ਵਿਦਿਆਰਥੀਆਂ ਦਾ, ਉਹ ਕਰੀਏ। ਉਸ ਪਾਸੇ ਲਈ ਉਹਨੂੰ ਟਿਕਣ ਹੀ ਨਹੀਂ ਦੇ ਰਹੇ, ਸਾਡਾ ਹੀ ਕਸੂਰ ਹੈ। ਸੋ ਪਹਿਲਾਂ ਤਾਂ ਅਸੀਂ ਧਿਆਨ ਕਰੀਏ ਕਿ ਉਹਨਾਂ ਨੂੰ ਤਨਖਾਹਾਂ ਇੰਨੀਆਂ ਹੋਣ ਕਿ ਉਹ ਬਹਿ ਕੇ ਆਰਾਮ ਨਾਲ ਬੱਚਿਆਂ ਦੇ ਨਾਲ ਸਮਾਂ ਬਿਤਾ ਸਕਣ, ਅੰਦਰੋਂ ਖੁਸ਼ ਹੋਣ, ਤਾਂ ਹੀ ਉਸ ਪਾਸੇ ਜਾਣਗੇ। ਨਹੀਂ ਤਾਂ ਉਹ ਵੀ ਆਪਣਾ ਉਹਨਾਂ ਕੀ ਕੰਮ ਕਰਦੇ ਨੇ ਵੀ ਮੈਂ ਆਹ ਚੈਪਟਰ ਤੇ ਟਿਕ ਲਾਣਾ, ਅੱਧਾ ਪੜਿਆ ਅੱਧਾ ਤੂੰ ਆਪੇ ਘਰ ਕਰ ਲਈ, ਚਲੋ ਜੀ ਮਗਰੋਂ ਲੱਥੋ। ਸੋ ਉਹ ਸੋਚ ਸਾਨੂੰ ਉਹਦੇ ਵਿੱਚ ਵੀ ਸੁਧਾਰ ਲਿਆਉਣ ਦੀ ਲੋੜ ਹੈ। ਮੈਮ ਸਕੂਲਾਂ ਦੇ ਵਿੱਚ ਵੀ ਇਹ ਦੇਖਣ ਨੂੰ ਪਾਇਆ ਜਾਂਦਾ ਹੈ ਕਿ ਕੁੜੀਆਂ ਤੇ ਮੁੰਡਿਆਂ ਦੀਆਂ ਅਲੱਗ-ਅਲੱਗ ਲਾਈਨਾਂ ਬਣਵਾ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਇੱਕ ਦੂਜੇ ਨੂੰ ਬੁਲਾਉਣ ਦੀ, ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਤੇ ਜੇਕਰ ਗੱਲ ਵੀ ਕਰਨੀ ਹੈ ਤਾਂ ਇਹ ਹਦਾਇਤਾਂ ਹੁੰਦੀਆਂ ਨੇ ਕਿ ਕੁੜੀ ਮੁੰਡੇ ਨੂੰ ਬੁਲਾਏਗੀ ਤਾਂ ਵੀਰਾ ਕਹਿ ਕੇ ਬੁਲਾਏਗੀ ਜਾਂ ਬ੍ਰਦਰ, ਤੇ ਮੁੰਡਾ ਬੁਲਾਏਗਾ ਤਾਂ ਉਹ ਸਿਸਟਰ ਕਹਿ ਕੇ ਬੁਲਾਏਗਾ। ਤਾਂ ਦੋਸਤੀ ਕਿਤੇ ਨਾ ਕਿਤੇ ਇਹਦੇ ਵਿੱਚ ਨਹੀਂ ਆ ਪਾਉਂਦੀ, ਉਹਨੂੰ ਸਿਰਫ ਆਪਣੀ ਭੈਣ ਨੂੰ ਬੁਲਾਉਣ ਦਾ ਹੀ ਤਰੀਕਾ ਪਤਾ ਹੁੰਦਾ ਹੈ। ਬਾਹਰ ਨਿਕਲਦਾ ਜਦੋਂ ਹੋਰ ਔਰਤਾਂ ਉਸ ਦੀ ਜਾਣ ਪਹਿਚਾਣ ਵਾਲੀਆਂ ਬਣਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕਰ ਪਾਉਂਦਾ ਜੋ ਕਿ ਇੱਕ ਸੁਚੱਜੇ ਨਾਗਰਿਕ ਤੋਂ ਆਸ ਕੀਤੀ ਜਾਂਦੀ ਹੈ। ਦਰਅਸਲ ਸਾਡੇ ਮੁਲਕ ਵਿੱਚ ਦੋਸਤੀ ਨੂੰ ਸਮਝਿਆ ਹੀ ਨਹੀਂ ਗਿਆ ਕਿ ਇਹਦਾ ਮਤਲਬ ਕੀ ਹੁੰਦਾ। ਜੇ ਮੈਂ ਇਹ ਨਹੀਂ ਦੇਖਿਆ ਸੀ ਸਕੂਲ ਵਿੱਚ ਵਾਪਰਦਾ, ਵਰਨਾ ਮੈਂ ਤੇ ਇਹਦਾ ਸਖਤ ਵਿਰੋਧ ਕਰਨਾ ਸੀ ਕਿ ਕਿਉਂ ਅਸੀਂ ਹੁਣ ਤੱਕ ਵੀ ਵੱਖਰੀਆਂ ਲਾਈਨਾਂ ਤੇ ਕਿਉਂ ਹੀ ਉਹ ਹਮੇਸ਼ਾ ਸਿਸਟਰ ਤੇ ਬ੍ਰਦਰ ਹੀ ਰਹਿਣ, ਕਿਉਂ ਨਹੀਂ ਦੋਸਤ ਬਣ ਸਕਦੇ। ਗਲਤ ਗੱਲ ਹੈ, ਕਿਉਂਕਿ ਅਸੀਂ ਦੋਸਤੀ ਨੂੰ ਅਸਲ 'ਚ ਸਾਡੇ ਦਿਮਾਗ ਦਾ ਕੀੜਾ ਹੈ ਕਿ ਅਸੀਂ ਦੋਸਤ ਦਾ ਮਤਲਬ ਇੱਕੋ ਹੀ ਲੈਂਦੇ ਹਾਂ ਕਿ ਦੋਸਤ ਦਾ ਮਤਲਬ ਹੈ ਸਰੀਰਕ ਸੰਬੰਧ, ਪੂਰੇ ਪਰੇ ਅਸੀਂ ਖੜੇ ਹੀ ਨਹੀਂ ਹੁੰਦੇ। ਇਹ ਸੋਚ ਜੇ ਕੋਈ ਔਰਤ ਕਿਸੇ ਵੀ ਮਰਦ ਨਾਲ ਖੜੀ ਗੱਲ ਕਰ ਰਹੀ ਹੈ ਤਾਂ ਮਤਲਬ ਇਹ ਤਾਂ ਵਿਗੜੀ ਹੋਈ ਹੈ, ਜਾਂ ਕੋਈ ਮਰਦ ਖੜਾ ਹੋ ਗਿਆ ਤਾਂ ਉਹਦੀ ਘਰਵਾਲੀ ਨੇ ਇਹੀ ਸੋਚਣਾ ਹੈ ਵੀ ਇਹ ਗੱਲ ਕਿਉਂ ਹੀ ਔਰਤ ਨਾਲ ਕਰ ਰਿਹਾ ਸੀ। ਆਖਰ ਕਿਉਂ ਅਸੀਂ ਇਹ ਵਿਤਕਰੇ ਮਨਾਂ ਵਿੱਚ ਪੈਦਾ ਕੀਤੇ ਨੇ? ਇਹ ਗੱਲ ਸਿਰਫ ਤਾਂ ਹੈ ਕਿਉਂਕਿ ਅਸੀਂ, ਜਿਵੇਂ ਮੈਂ ਦੱਸਿਆ ਸੀ, ਸੈਕਸ ਐਜੂਕੇਸ਼ਨ ਵਿੱਚ ਜੋ ਦੱਸਣਾ ਹੁੰਦਾ ਹੈ ਕਿ ਇਹ ਯਾਨੀ ਮਰਦ ਤੇ ਔਰਤ ਦੇ ਰੋਲ ਸਪੈਸੀਫਾਈਡ ਨੇ। ਇਹ ਸਿਰਫ ਇੱਕ ਭਰਾ ਤੇ ਭੈਣ ਹੀ ਨਹੀਂ, ਹਸਬੈਂਡ ਐਂਡ ਵਾਈਫ ਵੀ ਹੋ ਸਕਦੇ ਨੇ, ਪਿਓ ਤੇ ਧੀ ਵੀ ਹੋ ਸਕਦੇ ਨੇ। ਇਹ ਸਾਡੀ ਸਮਾਜਿਕ ਸੋਚ ਹੀ ਹੈ ਕਿ ਸਕਾ ਪਿਓ ਤੇ ਸਕੀ ਧੀ ਵੀ ਤੁਰਦੇ ਹੋਣ ਤੇ ਅਸੀਂ ਸ਼ੱਕ ਦੀ ਸੂਈ ਸਾਡੇ ਦਿਮਾਗ ਵਿੱਚ ਘੁੰਮਦੀ ਹੈ ਕਿ ਇਹ ਕੋਈ ਹੋਰ ਰਿਸ਼ਤਾ ਹੀ ਨਹੀਂ ਹੋ ਸਕਦਾ। ਇਹ ਤਾਂ ਹੀ ਕਿਉਂਕਿ ਸਾਨੂੰ ਕਦੇ ਵੀ ਉਹ ਸਹੀ ਸੇਧ ਸਕੂਲਾਂ ਵਿੱਚੋਂ ਮਿਲੀ ਹੀ ਨਹੀਂ ਕਿ ਭਾਈ ਇਹ ਕੋਈ ਰਿਸ਼ਤਾ ਜਿਹੜਾ ਵੀ ਮਰਜ਼ੀ ਹੋਏ, ਸਾਨੂੰ ਲੋੜ ਹੀ ਕੀ ਉਧਰ ਝਾਕਣ ਦੀ। ਕਿਉਂਕਿ ਤੁਸੀਂ ਵਿਕਸਿਤ ਮੁਲਕਾਂ 'ਚ ਜਾਓ, ਉਹ ਸੜਕਾਂ ਤੇ ਚੁੰਮਦੇ ਵੀ ਹੋਣਗੇ ਤੇ ਕਿਸੇ ਨੂੰ ਰੁਕ ਕੇ ਦੇਖਣ ਦੀ ਲੋੜ ਨਹੀਂ, ਉਹ ਫੇਰ ਵੀ ਲੰਘ ਜਾਂਦਾ ਹੈ। ਕਿਉਂਕਿ ਉਹਨਾਂ ਲਈ ਕੈਜੂਅਲ ਹੈ ਕਿ ਕੋਈ ਵੀ ਮੁੰਡਾ ਜਾਂ ਕੁੜੀ, ਜ਼ਰੂਰੀ ਨਹੀਂ ਹੈ ਇੱਕ ਹਸਬੈਂਡ ਵਾਈਫ ਜਾਂ ਲਵਰਸ ਹੀ ਹੋਣਗੇ, ਕੋਈ ਵੀ ਮਰਜ਼ੀ ਰਿਸ਼ਤੇ ਵਾਲੇ ਲੰਘਦੇ ਹੋਣਗੇ ਤੇ ਮੈਨੂੰ ਕੋਈ ਮਤਲਬ ਹੋਣਾ ਹੀ ਨਹੀਂ ਚਾਹੀਦਾ। ਪਰ ਅਸੀਂ ਹਰ ਔਰਤ, ਉਹ ਮਾਂ ਹੈ ਕਿ ਭੈਣ ਹੈ ਕਿ ਬੱਚੀ ਹੈ, ਅਸੀਂ ਸਾਡੀ ਕਿੰਤੂ ਵਾਲੀ ਬਿੰਦੂ ਉਹਦੇ ਉੱਤੇ ਅੜ ਜਾਂਦੀ ਹੈ ਕਿ ਇਹ ਖੜੀ ਹੈ ਤਾਂ ਇਹ ਜ਼ਰੂਰ ਵਰਤਣ ਵਾਲੀ ਸ਼ੈ, ਅਸੀਂ ਵਰਤ ਸਕਦੇ ਹਾਂ। ਪਰ ਜੇ ਕਿਸੇ ਹੋਰ ਨਾਲ ਖੜੀ ਹੈ ਤਾਂ ਕਿਉਂ ਖੜੀ ਹੈ, ਅਸੀਂ ਖੜ ਕੇ ਤਮਾਸ਼ਾ ਵੇਖਣਾ ਚਾਹੁੰਦੇ ਹਾਂ। ਇਹੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਸਾਨੂੰ ਜੋ ਸੈਕਸ ਐਜੂਕੇਸ਼ਨ ਵਾਲੀ ਗੱਲ ਸਕੂਲਾਂ ਵਿੱਚ ਜ਼ਰੂਰ ਸ਼ੁਰੂ ਕਰਨੀ ਪੈਣੀ ਹੈ। ਜੀ ਡਾਕਟਰ ਸਾਹਿਬ, ਕਿਹਾ ਜਾਂਦਾ ਹੈ ਕਿ ਮਾਨਸਿਕ ਤੌਰ ਤੇ ਖੁਸ਼ ਵਿਅਕਤੀ ਖੁਸ਼ੀਆਂ ਵੰਡਦਾ ਹੈ ਤੇ ਦੁਖੀ ਵਿਅਕਤੀ ਦੁੱਖ ਨੂੰ ਵਧਾਉਂਦਾ ਹੈ। ਤਾਂ ਕੀ ਔਰਤ ਤੇ ਅਤਿਆਚਾਰ ਕਰਨ ਵਾਲੇ ਮਰਦ ਨੂੰ ਹੀ ਆਪਣੀ ਮਾਨਸਿਕਤਾ ਦੀ ਪਛਾਣ ਕਰਨੀ ਚਾਹੀਦੀ ਹੈ? ਇਹ ਹੁੰਦੀਆਂ ਜੇ ਪਰਸਨੈਲਿਟੀਜ਼ ਹੁੰਦੀਆਂ ਨੇ, ਕੁਝ ਪਰਸਨੈਲਿਟੀ ਡਿਸਆਰਡਰਸ ਹੁੰਦੇ ਨੇ ਜਿਨ੍ਹਾਂ ਤਹਿਤ ਕਿ ਔਰਤ ਤੇ ਤਸ਼ੱਦਦ ਕਰਕੇ ਕੁਝ ਮਰਦ ਖੁਸ਼ੀ ਮਹਿਸੂਸ ਕਰਦੇ ਨੇ। ਇਹ ਡਿਸਆਰਡਰ ਲੱਭਿਆ ਜਾ ਚੁੱਕਾ ਹੈ, ਮੈਂਟਲ ਡਿਸਆਰਡਰ ਹੈ, ਸਾਈਕੋਲੋਜੀਕਲ ਡਿਸਆਰਡਰ ਹੈ। ਯਾਨੀ ਇਹ ਇਸਨੂੰ ਤਬਦੀਲ ਨਹੀਂ ਕਰ ਸਕਦੇ, ਇਹਨੂੰ ਟ੍ਰੀਟਮੈਂਟ ਦੀ ਲੋੜ ਹੁੰਦੀ ਜੇ। ਤੇ ਸਾਡੀਆਂ ਬਹੁਤੀਆਂ ਔਰਤਾਂ ਜ਼ਿੰਦਗੀ ਪੂਰੀ ਕੱਢ ਜਾਂਦੀਆਂ ਨੇ ਇਹੋ ਜਿਹਾ ਤਸ਼ੱਦਦ ਸਹਿੰਦਿਆਂ, ਯਾਨੀ ਹੱਡੀਆਂ ਟੁੱਟੀਆਂ ਵਾਰ-ਵਾਰ ਆ ਕੇ ਪਲਸਤਰ ਲਵਾ ਲੈਣੇ, ਇਹ ਹਾਲ ਤੇ ਲੰਘਦੀਆਂ ਨੇ, ਸਿਰ ਦੀਆਂ ਸੱਟਾਂ ਵੀ ਖਾਂਦੀਆਂ ਨੇ, ਪੌੜੀਆਂ ਤੋਂ ਸੁੱਟੀਆਂ ਜਾਂਦੀਆਂ ਨੇ। ਉਹ ਸੋਚ ਲੈਂਦੀਆਂ ਨੇ ਸਾਡੀ ਕਿਸਮਤ ਹੀ ਅਜਿਹੀ ਹੈ। ਉਦੋਂ ਕਿਸੇ ਨੂੰ ਖਿਆਲ ਹੀ ਨਹੀਂ ਆਉਂਦਾ ਕਿ ਇਹ ਟ੍ਰੀਟਮੈਂਟ ਹੋ ਸਕਣ ਵਾਲਾ ਇੱਕ ਡਿਸਆਰਡਰ ਹੈ, ਉਹਦਾ ਇਲਾਜ ਕੀਤਾ ਜਾਵੇ ਤਾਂ ਠੀਕ ਹੋ ਸਕਦਾ ਹੈ। ਸੋ ਇਨੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਵੱਡੀ ਪੱਧਰ ਤੇ ਸਾਡੇ ਨਾ ਹੋਣ ਸਦਕਾ ਹੀ ਇਹ ਸਭ ਸਾਡੇ ਸਾਹਮਣੇ ਆ ਰਿਹਾ ਹੈ। ਪਰ ਇਹਨਾਂ ਜਿਹੜੇ ਕੇਸਿਸ ਨੇ, ਇਹਨਾਂ ਨੂੰ ਜ਼ਰੂਰੀ ਜੇ ਟ੍ਰੀਟਮੈਂਟ ਕਰਕੇ ਠੀਕ ਕਰ ਦੇਣਾ।
ਜੀ ਡਾਕਟਰ ਸਾਹਿਬ, ਜਦੋਂ ਮੈਂਟਲ ਹੈਲਥ ਦੀ ਗੱਲ ਆਉਂਦੀ ਆ ਤਾਂ ਸਾਡੇ ਦਿਮਾਗ ਦੇ ਵਿੱਚ ਸਾਈਕੈਟ੍ਰਿਸਟ ਦੀ ਤਸਵੀਰ ਜ਼ਰੂਰ ਬਣਦੀ ਆ। ਵੱਡੀ ਤਾਦਾਦ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਉਹ ਤਬਕਾ ਹੈ ਜੋ ਪਿੰਡਾਂ ਦੇ ਵਿੱਚ ਰਹਿੰਦਾ ਹੈ, ਜਿਹਨੂੰ ਇਸ ਮਸਲੇ ਬਾਰੇ ਜਾਣਕਾਰੀ ਹੀ ਨਹੀਂ ਹੈ, ਤੇ ਥੋੜੀ ਗਿਣਤੀ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਿਵਾਸ ਕਰਦੇ ਨੇ, ਪਰ ਉਹ ਲੋਕ ਪੜ੍ਹੇ ਲਿਖੇ ਨੇ, ਬੁੱਧੀਜੀਵੀ ਨੇ ਵੱਡੀ ਤਾਦਾਦ ਦੇ ਵਿੱਚ। ਪਰ ਸ਼ਹਿਰੀ ਸਮਾਜ ਦੇ ਵਿੱਚ ਵੀ ਅਜੇ ਤੱਕ ਅਸੀਂ ਮਾਨਸਿਕ ਸਮੱਸਿਆਵਾਂ ਨੂੰ ਕਬੂਲ ਨਾ ਕਰਕੇ ਉਹਨਾਂ ਨੂੰ ਅਣਗੌਲਿਆ ਕਰ ਰਹੇ ਹਾਂ। ਮਨੋਵਿਗਿਆਨ ਦੇ ਮਾਹਿਰ ਡਾਕਟਰਾਂ ਦੀ ਮਦਦ ਲੈਣ ਦਾ ਸੱਭਿਆਚਾਰ ਕਿਵੇਂ ਵਿਕਸਿਤ ਕਰੀਏ? ਹੁਣ ਤਾਂ ਹੌਲੀ ਹੌਲੀ ਵੈਸੇ ਤਬਦੀਲੀ ਹੋਣੀ ਸ਼ੁਰੂ ਹੋ ਗਈ। ਪਹਿਲਾਂ ਤਾਂ ਖੈਰ ਕੋਈ ਵੀ ਨਹੀਂ ਸੀ ਜਾਂਦਾ, ਮਾਨਸਿਕ ਰੋਗਾਂ ਵਾਲੇ ਡਿਪਾਰਟਮੈਂਟ ਸਾਡੇ ਖਾਲੀ ਪਏ ਹੁੰਦੇ ਸਨ ਕਿ ਇੱਥੇ ਕਿਸੇ ਨੇ ਆਣਾ ਹੀ ਨਹੀਂ। ਹੁਣ ਵੀ ਵੱਡੀ ਪੱਧਰ ਤੇ ਉੱਥੇ ਨਸ਼ਈ ਭੇਜੇ ਜਾਂਦੇ ਨੇ ਕਿ ਨਸ਼ਾ ਛੱਡੋ, ਪਰ ਫਿਰ ਵੀ ਥੋੜੀ ਤਬਦੀਲੀ ਜ਼ਰੂਰ ਹੁਣ ਸ਼ੁਰੂ ਹੋਈ ਹੈ, ਜਿੱਥੇ ਢਹਿੰਦੀ ਕਲਾ ਲਈ ਲੋਕ ਆਪ ਜਾਣੇ ਸ਼ੁਰੂ ਹੋ ਚੁੱਕੇ ਨੇ। ਵਰਨਾ ਪਹਿਲਾਂ ਤਾਂ ਇੱਕੋ ਹੀ ਸ਼ਬਦ ਅਸੀਂ ਵਰਤਦੇ ਸਾਂ, ਪਾਗਲ ਹੈ, ਯਾਨੀ ਕੁਛ ਵੀ ਲੈਣ ਜਿਹੜਾ ਦਵਾਈ ਉਸ ਪਾਸੇ ਗਿਆ ਹੈ ਹੀ ਪਾਗਲ ਹੈ। ਹੁਣ ਇਸ ਤਰ੍ਹਾਂ ਦੀ ਹੌਲੀ ਹੌਲੀ ਸੋਚ ਤਬਦੀਲ ਹੋਣੀ ਸ਼ੁਰੂ ਹੋ ਚੁੱਕੀ ਹੈ। ਸੋ ਮੇਰਾ ਖਿਆਲ ਹੈ ਅਗਲੇ ਸਮੇਂ ਵਿੱਚ ਹੋਰ ਸੁਧਾਰ ਆ ਜਾਏਗਾ, ਕਿਉਂਕਿ ਜਿਵੇਂ ਹੁਣ ਤਾਂ ਹਾਲਤ ਇੱਥੇ ਤੱਕ ਵੀ ਪਹੁੰਚੀ ਹੈ ਕਿ ਆਪ ਹੀ ਪੈਨਿਕ ਅਟੈਕਸ ਲਈ ਮਰੀਜ਼ ਆ ਜਾਂਦੇ ਨੇ, ਸਾਨੂੰ ਇਹ ਟ੍ਰੀਟਮੈਂਟ ਚਾਹੀਦੀ ਹੈ। ਆਪਣੀ ਡਿਪਰੈਸ਼ਨ ਵੀ ਬਹੁਤ ਸਾਰੇ ਲੋਕ ਜੱਜ ਕਰਕੇ ਏਦਾਂ ਪਹੁੰਚ ਰਹੇ ਨੇ। ਸੋ ਹੋਪਫੁਲੀ ਆਉਣ ਵਾਲਾ ਸਮਾਂ ਚੰਗਾ ਜੇ, ਲੋਕ ਛੇਤੀ ਸਮਝ ਕੇ, ਕਿਉਂਕਿ ਅੱਜ ਕੱਲ ਸਟ੍ਰੈਸ ਨੇ ਜਾਨ ਖਾਦੀ ਪਈ ਹੈ ਸਭ ਦੀ। ਸੋ ਹੌਲੀ ਹੌਲੀ ਜ਼ਰੂਰ ਇਸ ਪਾਸਿਓਂ ਤਬਦੀਲੀ ਆਏਗੀ, ਅਸੀਂ ਸਮਝ ਸਕਾਂਗੇ ਆਪਣੇ ਮਾਨਸਿਕ ਰੋਗਾਂ ਨੂੰ ਵੀ, ਤੇ ਬਹੁਤ ਸਾਰੇ ਸਰੀਰਕ ਰੋਗਾਂ ਤੋਂ ਵੀ ਮੁਕਤੀ ਪਾ ਸਕਾਂਗੇ। ਜੀ, ਤੇ ਅੰਤ ਦੇ ਵਿੱਚ ਮੈਂ ਇਹੀ ਕਹਾਂਗੀ ਕਿ ਔਰਤਾਂ ਦੇ ਦੁੱਖ ਭਾਵੇਂ ਡਾਢੇ ਨੇ, ਪਰ ਆਸ ਦੀ ਕਿਰਨ ਇਹ ਹੈ ਕਿ ਦੁੱਖਾਂ ਤੋਂ ਸੁੱਖਾਂ ਵੱਲ ਤੁਰਨਾ ਵੀ ਕਿਤੇ ਨਾ ਕਿਤੇ ਸਾਡੇ ਆਪਣੇ ਹੱਥ ਵੱਸ ਹੈ। ਦੁੱਖਾਂ ਦੇ ਕਾਰਨਾਂ ਦੀ ਗਹਿਰੀ ਪੜਚੋਲ ਤੇ ਆਪਣੇ ਮਨ ਦੀ ਅਥਾਹ ਸ਼ਕਤੀ ਦੀ ਨੂੰ ਪਛਾਣ ਕੇ ਹੀ ਅਸੀਂ ਜ਼ਿੰਦਗੀ ਨੂੰ ਹੋਰ ਸੋਹਣਾ ਬਣਾ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਇਸ ਮਹੱਤਵਪੂਰਨ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਪੰਜਾਬ ਦੀਆਂ ਧੀਆਂ ਦੇ ਨਾਲ ਨਾਲ ਪੁੱਤਰਾਂ ਨੂੰ ਵੀ ਉਹਨਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਾਇਆ। ਖੁਸ਼ਹਾਲ ਪੰਜਾਬ ਦੀ ਸਾਰੀ ਟੀਮ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ। ਅਸੀਂ ਇਹ ਅਰਜ਼ ਵੀ ਕਰਦੇ ਹਾਂ ਕਿ ਪੰਜਾਬ ਦਾ ਦਰਦ ਰੱਖਣ ਵਾਲੇ ਤੁਹਾਡੇ ਜਿਹੇ ਬੁੱਧੀਜੀਵੀਆਂ ਦੀ ਸਾਨੂੰ ਹਮੇਸ਼ਾ ਤੋਂ ਹੀ ਲੋੜ ਹੈ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਨਵੇਂ ਨਰੋਏ ਪੰਜਾਬ ਦੀ। ਪੂਰੇ ਦਰਸ਼ਕਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੰਨੀ ਸਹਿਜਤਾ ਤੇ ਪਿਆਰ ਦੇ ਨਾਲ ਪੂਰੀ ਵਿਚਾਰ ਚਰਚਾ ਨੂੰ ਸੁਣਿਆ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।